ਮੰਤਰੀ ਸਾਹਿਬ ਜਿਹੜੇ ਹੈ ਉਹ ਆਪਣੇ ਇਲਾਕੇ ਵਾਸਤੇ ਸਭ ਕੁਝ ਕਰ ਸਕਦੇ ਆ, ਵਧੀਆ ਕਰ ਸਕਦੇ ਆ, ਲੇਕਿਨ ਸਿਆਣੇ ਕਹਿੰਦੇ ਆ ਨਾ ਕਿ ਬੜਬੋਲੇ ਦੇ ਚਲੋ ਬੋਲ ਸੁਣਦੇ ਆ ਪਰ ਘੀਸਲੇ ਨੂੰ ਕੌਣ ਜਗਾਏ। ਲੱਗਦਾ ਕਿ ਜਿਹੜਾ ਪਹਿਲੇ ਵਾਲਾ ਐਮਐਲਏ ਸੀ ਉਹ ਟੋਟਲ ਮਾਈਨਿੰਗ ਕਿੰਗ ਸੀ, ਤੁਸੀਂ ਸਾਰੇ ਜਾਣਦੇ ਹੋ। ਜਿਹੜੇ ਹੁਣ ਵਾਲੇ ਆ ਉਹਨਾਂ ਨੂੰ ਕੋਈ ਸੁੱਧ ਬੁੱਧ ਆਪਣੇ ਹਲਕੇ ਦੀ ਨਹੀਂ ਹੈ। ਇਹ ਠੀਕ ਹੈ ਬਈ, ਤੁਸੀਂ ਬਣ ਗਏ ਹੋ, ਤੁਸੀਂ ਆਪਣਾ ਹਲਕਾ ਤਾਂ ਦੇਖੋ, ਇਲਾਕਾ ਤਾਂ ਦੇਖੋ। ਹੁਣ ਇਹੋ ਗੱਲ ਜਿਹੜੀ ਹੈ ਉਹ ਮੰਤਰੀ ਸਾਹਿਬ ਵਿੱਚ ਸੈਸ਼ਨ 'ਚ ਬੋਲ ਰਹੇ ਨੇ ਕਿ ਮੈਂ ਬਈ ਟਾਈਮ ਕਰਵਾਤਾ, ਜਦ ਕਿ ਐਸਾ ਕੁਝ ਨਹੀਂ ਹੈ। ਉਹ ਪਿਛਲਾ ਟਾਈਮ ਜਿਹੜਾ ਸਾਡੇ ਟਾਈਮ ਦਾ ਆ ਉਹੀ ਉਹਨਾਂ ਦੇ ਲੈਟਰਾਂ ਦੇ ਉੱਤੇ ਜਿਹੜੇ ਉਹ ਟਾਈਮ ਜਿਹੜੇ ਬੌਂਡ ਹੋਏ ਦੇ ਆ ਉਸ ਹਿਸਾਬ ਨਾਲ ਜਿਹੜੇ ਟਰੱਕ ਚੱਲ ਰਹੇ ਆ। ਟ੍ਰੇਨਿੰਗ ਸੀਜ਼ਨ ਵਿੱਚ ਜਿਹੜੀ ਹੈ ਟੋਟਲ ਮਾਈਨਿੰਗ ਜਿਹੜੀ ਉਹ ਬੰਦ ਹੁੰਦੀ ਹੈ ਔਰ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ, ਮੈਂ ਡੀਸੀ ਸਾਹਿਬ ਨੂੰ ਵੀ ਆਪਣਾ ਲੈਟਰ ਦੇ ਕੇ ਆਈ ਸੀ, ਮੈਂ ਐਸਐਸਪੀ ਸਾਹਿਬ ਨੂੰ ਵੀ ਮਿਲੀ ਸੀ। ਉਸ ਤੋਂ ਬਾਅਦ ਐਸਐਸਪੀ ਸਾਹਿਬ ਔਰ ਮੰਤਰੀ ਸਾਹਿਬ ਸਾਈਡ ਵੇਖਣ ਜਾਂਦੇ ਆ ਜਿੱਥੇ ਮਾਈਨਿੰਗ ਹੋ ਰਹੀ ਹੈ ਔਰ ਉੱਥੇ ਸਾਈਡ ਤੇ ਦੇਖਦੇ ਆ, ਲੇਕਿਨ ਉਹ ਸਟੇਟਮੈਂਟ ਕੀ ਦਿੰਦੇ ਆ ਕਿ ਜਿਹੜੀ ਇਨਲੀਗਲ ਮਾਈਨਿੰਗ ਕਰੇਗਾ ਅਸੀਂ ਉਹਦੀ ਪਿੱਠ ਸਖਤ ਪਾਵਾਂਗੇ। ਇਹ ਮੰਤਰੀ ਜੀ ਦਾ ਕਹਿਣਾ ਸੀ। ਤਾਂ ਹੁਣ ਸੋਚ ਲਓ ਕਿ ਮੰਤਰੀ ਜਿਹੜੀ ਇਹ ਮਾਈਨਿੰਗ ਹੋ ਰਹੀ ਹੈ, ਜਿਹੜੀ ਜ਼ਬਰਦਸਤ ਹੋ ਰਹੀ ਹੈ, ਰੇਨਿੰਗ ਸੀਜ਼ਨ 'ਚ ਵੀ ਮਾਈਨਿੰਗ ਹੋ ਰਹੀ ਹੈ, ਇਹਦੇ 'ਚ ਕਿਹਦਾ ਹੱਥ ਹੈਗਾ? ਪਿੱਛੇ ਸਰਕਾਰ ਬੈਠੀ ਹੈ, ਮੰਤਰੀ ਸਾਹਿਬ ਬੈਠੇ ਆ। ਜਿਹੜਾ ਰੋਜ਼ ਬਾਹਰ ਜਾਂਦਾ ਜਿਹੜੇ ਟਰੱਕ ਆਏ ਨੇ ਬਦਲੀ ਲੈਣ ਰੇਤਾ ਲੈਣ ਇਹਨਾਂ 10-20 ਹਜ਼ਾਰ ਹੋ ਰਿਹਾ, ਕੋਈ ਪੰਜਾਬ ਸਰਕਾਰ ਦੇ ਕਿਤੇ ਚੰਡੀਗੜ੍ਹ ਦੇ ਖਾਤੇ जमा हो रहा, ये दसिया जाए भी कितने जमा हो रहा। भुआ हल्के में नाजायज माइनिंग और गुंडा पर्ची को लेकर पूर्व विधायक सीमा कुमारी की ओर से भाजपा कार्यकर्ताओं के साथ रोष प्रदर्शन किया गया। इस मौके पर उन्होंने कैबिनेट मंत्री लालचंद कटारुचक और पंजाब सरकार को माइनिंग के मुद्दे पर गंभीरता से काम करने की बात कही। उन्होंने कहा कि बरसात के समय में किसी भी तरह की माइनिंग करने की मनाही होती है, लेकिन फिर भी हल्का भुआ के इलाकों में माइनिंग धड़ल्ले से चल रही है। उन्होंने कहा कि अगर 31 जुलाई तक कोई ठोस कार्रवाई नहीं की जाती तो इसके खिलाफ आने वाले समय में वे बड़े तौर पर रोष प्रदर्शन करेंगे। ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਪੱਤਰਕਾਰ ਭਰਾ ਨੇ, ਚੈਨਲ ਵਾਲੇ ਨੇ, ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਹਾਂ। ਅੱਜ ਦਾ ਜਿਹੜਾ ਧਰਨਾ ਆ, ਜਿਹੜਾ ਨਜਾਇਜ਼ ਮਾਈਨਿੰਗ ਜਿਹੜੀ ਹੋ ਰਹੀ ਹੈ ਔਰ ਰੇਨਿੰਗ ਸੀਜ਼ਨ ਵਿੱਚ ਜਿਹੜੀ ਹੈ ਟੋਟਲ ਮਾਈਨਿੰਗ ਲੀਗਲ ਜਾਂ ਅਨਲੀਗਲ ਸਾਰੀ ਜਿਹੜੀ ਉਹ ਬੰਦ ਹੁੰਦੀ ਹੈ। ਸੋ ਜਿਹੜੀ ਗੁੰਡਾ ਪਰਚੀ, ਜਿਹੜੀ ਗੁੰਡਾ ਟੈਕਸ ਇੱਥੇ ਲਗਾਇਆ ਹੋਇਆ ਉਹਦੇ ਖਿਲਾਫ ਜਿਹੜਾ ਆ ਸੀ ਛੋਟਾ ਜਿਹਾ ਜਿਹੜਾ ਇਹ ਰੋਸ ਪ੍ਰਦਰਸ਼ਨ ਰੱਖਿਆ ਗਿਆ ਹੈ। ਸਿਰਫ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਜਗਾਉਣ ਦਾ ਇੱਕ ਜਿਹੜਾ ਛੋਟਾ ਜਿਹਾ ਸਾਡਾ ਪ੍ਰਯਾਸ ਹੈ, ਸਾਡੇ ਦੁਆਰਾ ਸਾਡੇ ਸਾਰੇ ਕਾਰਜਕਰਤਾ ਦਾ। ਔਰ ਅਗਰ ਇਹ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਹੇਗਾ ਤਾਂ ਫਿਰ ਅਸੀਂ ਜਿਹੜਾ ਹੈ 31 ਜੁਲਾਈ ਤੱਕ ਜਿਹੜਾ ਹੈ ਇਹ ਉਹਨਾਂ ਨੂੰ ਦੇਵਾਂਗੇ, ਦੱਸਾਂਗੇ ਵੀ ਪ੍ਰਸ਼ਾਸਨ ਜਾਗ ਜੇ, ਸਰਕਾਰ ਜਾਗ ਜੇ। ਉਸ ਤੋਂ ਬਾਅਦ ਅਸੀਂ ਕੋਈ ਵੱਡੀ ਯੋਜਨਾ ਬਣਾਵਾਂਗੇ, ਫਿਰ ਹੋਰ ਵੀ ਉੱਚੇ ਪੱਧਰ 'ਤੇ ਆਪਾਂ ਜਿਹੜਾ ਧਰਨਾ ਹੈ, ਰੋਸ ਪ੍ਰਦਰਸ਼ਨ ਜਿਹੜਾ ਆਪਾਂ ਕਰਾਂਗੇ। ਔਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੰਤਰੀ ਸਾਹਿਬ ਜਿਹੜੇ ਹੈ ਉਹ ਆਪਣੇ ਇਲਾਕੇ ਵਾਸਤੇ ਸਭ ਕੁਝ ਕਰ ਸਕਦੇ ਆ, ਵਧੀਆ ਕਰ ਸਕਦੇ ਆ, ਲੇਕਿਨ ਸਿਆਣੇ ਕਹਿੰਦੇ ਆ ਨਾ ਕਿ ਬੜਬੋਲੇ ਦੇ ਚਲੋ ਬੋਲ ਸੁਣਦੇ ਆ ਪਰ ਘੀਸਲੇ ਨੂੰ ਕੌਣ ਜਗਾਏ। ਤਾਂ ਮੈਨੂੰ ਇਹ ਲੱਗਦਾ ਕਿ ਜਿਹੜਾ ਪਹਿਲੇ ਵਾਲਾ ਐਮਐਲਏ ਸੀ ਉਹ ਟੋਟਲ ਮਾਈਨਿੰਗ ਕਿੰਗ ਸੀ, ਉਹ ਤੁਸੀਂ ਸਾਰੇ ਜਾਣਦੇ ਹੋ। ਜਿਹੜੇ ਹੁਣ ਵਾਲੇ ਆ ਉਹਨਾਂ ਨੂੰ ਕੋਈ ਸੁੱਧ ਬੁੱਧ ਆਪਣੇ ਹਲਕੇ ਦੀ ਨਹੀਂ ਹੈ। ਮੰਤਰੀ ਬਣ ਗਏ ਆ, ਠੀਕ ਹੈ ਬਈ, ਤੁਸੀਂ ਬਣ ਗਏ ਹੋ, ਤੁਸੀਂ ਆਪਣਾ ਹਲਕਾ ਤਾਂ ਦੇਖੋ, ਇਲਾਕਾ ਤਾਂ ਦੇਖੋ। ਸਿਰਫ ਇਹ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਜਗਾਉਣ ਦਾ ਜਿਹੜਾ ਹੈ ਇਹ ਅਸੀਂ ਇੱਕ ਛੋਟਾ ਜਿਹਾ ਇੱਕ ਸੰਕੇਤਿਕ ਧਰਨਾ ਜਿਹੜਾ ਰੱਖਿਆ ਆ ਔਰ ਆਉਣ ਵਾਲੇ ਟਾਈਮ 'ਚ ਵੱਡੇ ਪੱਧਰ 'ਤੇ ਧਰਨਾ ਜਿਹੜਾ ਇਹ ਹੋਏਗਾ। ਪੰਜਾਬ ਸਰਕਾਰ ਕਹਿੰਦੀ ਸਾਨੂੰ ਜਿਹੜਾ ਆਇਆ ਨੂੰ ਹਜੇ ਮਸਾ 4 ਮਹੀਨੇ ਹੋਏ ਆ, ਸਾਨੂੰ ਸਮਾਂ ਚਾਹੀਦਾ ਆ, ਜਦ ਕਿ ਇੱਕ ਪਹਿਲਾਂ ਬੀਜੇਪੀ ਸਪਸ਼ਟ ਕਰੇ ਵੀ ਉਹ ਇਸ ਹਲਕੇ ਦੇ ਵਿੱਚ 12 ਤੋਂ 17 ਦੇ ਵਿੱਚ ਤੁਸੀਂ ਆਪਣਾ ਕਿੰਨਾ ਕੁ ਦੇਖਦੇ ਹੋ ਵੀ ਤੁਹਾਡੇ ਸਮੇਂ ਦੇ ਉੱਤੇ ਕੀ ਰਿਹਾ ਮਾਈਨਿੰਗ ਦਾ? ਬਈ ਪਿਛਲਾ ਰਿਕਾਰਡ ਤੁਸੀਂ ਕਢਵਾ ਸਕਦੇ ਹੋ, 12 ਤੋਂ 17 ਤੱਕ ਰਿਕਾਰਡ ਕਢਾ ਲਓ। ਜਦੋਂ ਸੀਮਾ ਕੁਮਾਰੀ ਇਸ ਹਲਕੇ 'ਚ ਐਮਐਲਏ ਸੀ, ਡਿਵੈਲਪਮੈਂਟ ਵੀ ਹੋਈ ਹੈ, ਸੜਕਾਂ ਬਣੀਆਂ, ਪਿੰਡਾਂ ਵਿੱਚ ਪੰਚਾਇਤਾਂ ਨੂੰ ਡਿਵੈਲਪਮੈਂਟ ਵਾਸਤੇ ਪੈਸੇ ਦਿੱਤੇ ਗਏ ਸੀ, ਸਾਡੀ ਸਰਕਾਰ ਨੇ ਸੁਵਿਧਾ ਕੇਂਦਰ ਬਣਾਏ ਸੀ, ਸਾਡੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਸੀ, ਅਸੀਂ ਪੁਲ ਵੀ ਬਣਾਏ ਸੀ, ਬਹੁਤ ਅੱਛੇ ਕੰਮ ਹੋਏ ਸੀ ਔਰ ਖੱਡਾਂ ਦੀ ਬਕਾਇਦਾ ਔਕਸ਼ਨ ਹੁੰਦੀ ਸੀ ਉਸ ਟਾਈਮ। ਤਾਂ ਉਹਦੇ ਹਿਸਾਬ ਨਾਲ ਜਿਹੜੀ ਹੈ ਜਿੰਨੀ ਕਿ ਮਾਈਨਿੰਗ ਚਾਹੀਦੀ ਹੁੰਦੀ ਸੀ ਉਹਦੇ ਹਿਸਾਬ ਨਾਲ ਸਹੀ ਢੰਗ ਨਾਲ ਜਿਹੜੀ ਉਹ ਕੀਤੀ ਜਾਂਦੀ ਸੀ। ਮੈਂ ਆਪਣੀ ਸਰਕਾਰ ਵਿੱਚ, ਮੇਰਾ ਰਿਕਾਰਡ ਤੁਸੀਂ ਪਹਿਲਾਂ ਕਢਾ ਸਕਦੇ ਹੋ ਕਿ ਆਪਣੀ ਸਰਕਾਰ ਵਿੱਚ ਅਸੀਂ 7-8 ਦਿਨ ਜਿਹੜਾ ਉਹ ਧਰਨਾ ਲਗਾਇਆ ਸੀ ਕਿ ਸਾਡੀਆਂ ਸੜਕਾਂ ਜਿਹੜੀਆਂ ਨਾਸ ਹੋ ਰਹੀਆਂ ਨੇ, ਟੁੱਟ ਰਹੀਆਂ ਨੇ, ਬਹੁਤ ਵੱਡੇ ਟਰੱਕ ਜਿਹੜੇ ਜਾਂਦੇ ਸੀ। ਤਾਂ ਸਾਡੀ ਸਰਕਾਰ ਨੇ ਮੇਰੀ 7-8 ਦਿਨ ਦੇ ਬਾਅਦ ਮੇਰੀ ਮੰਗ ਨੂੰ ਸਵੀਕਾਰ ਕੀਤਾ ਸੀ ਔਰ ਟਾਈਮ ਕੀਤਾ ਸੀ ਟਰੱਕਾਂ ਦਾ।
ਤਾਰਾਗੜ੍ਹ ਸੜਕ ਦਾ ਵੀ ਟਾਈਮ ਹੋਇਆ ਸੀ। ਕੋਟਲੀ ਵਾਲੀ ਜਿਹੜੀ ਇਹ ਸੜਕ ਜਾ ਰਹੀ ਹੈ, ਅਸੀਂ ਅੱਜ ਜਿੱਥੇ ਬੈਠੇ ਆ, ਇਸ ਸੜਕ ਦਾ ਵੀ ਜਿਹੜਾ ਟਰੱਕਾਂ ਦਾ ਟਾਈਮ ਹੋਇਆ ਸੀ। ਸੋ ਕੋਟਲੀ ਵਾਲੀ ਸੜਕ ਦਾ ਵੀ ਟਾਈਮ ਹੋਇਆ ਸੀ। ਆਪਾਂ ਟਾਈਮਿੰਗ ਜਿਹੜੀ ਹੈ ਉਸ ਟਾਈਮ ਦੀ ਕਰਵਾਈ ਦੀ ਹੈ। ਹੁਣ ਇਹੋ ਗੱਲ ਜਿਹੜੀ ਹੈ ਉਹ ਮੰਤਰੀ ਸਾਹਿਬ ਵਿੱਚ ਸੈਸ਼ਨ 'ਚ ਬੋਲ ਰਹੇ ਨੇ ਕਿ ਮੈਂ ਬਈ ਟਾਈਮ ਕਰਵਾਤਾ, ਜਦ ਕਿ ਐਸਾ ਕੁਝ ਨਹੀਂ ਹੈ। ਉਹ ਪਿਛਲਾ ਟਾਈਮ ਜਿਹੜਾ ਸਾਡੇ ਟਾਈਮ ਦਾ ਆ, ਉਹੀ ਉਹਨਾਂ ਦੇ ਲੈਟਰਾਂ ਦੇ ਉੱਤੇ ਜਿਹੜੇ ਉਹ ਟਾਈਮ ਜਿਹੜੇ ਵੌਂਡ ਹੋਏ ਦੇ ਆ, ਉਸ ਹਿਸਾਬ ਨਾਲ ਜਿਹੜੇ ਟਰੱਕ ਚੱਲ ਰਹੇ ਆ। ਲੇਕਿਨ ਅੱਜ ਦਾ ਸਾਡਾ ਮੁੱਦਾ ਹੈ ਕਿ ਰੇਨਿੰਗ ਸੀਜ਼ਨ ਵਿੱਚ ਜਿਹੜੀ ਹੈ ਟੋਟਲ ਮਾਈਨਿੰਗ ਜਿਹੜੀ ਉਹ ਬੰਦ ਹੁੰਦੀ ਹੈ। ਔਰ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ, ਮੈਂ ਡੀਸੀ ਸਾਹਿਬ ਨੂੰ ਵੀ ਆਪਣਾ ਲੈਟਰ ਦੇ ਕੇ ਆਈ ਸੀ, ਮੈਂ ਐਸਐਸਪੀ ਸਾਹਿਬ ਨੂੰ ਵੀ ਮਿਲੀ ਸੀ। ਉਸ ਤੋਂ ਬਾਅਦ ਐਸਐਸਪੀ ਸਾਹਿਬ ਔਰ ਮੰਤਰੀ ਸਾਹਿਬ ਸਾਈਡ ਵੇਖਣ ਜਾਂਦੇ ਆ ਜਿੱਥੇ ਮਾਈਨਿੰਗ ਹੋ ਰਹੀ ਹੈ, ਔਰ ਉੱਥੇ ਸਾਈਡ ਤੇ ਦੇਖਦੇ ਆ, ਲੇਕਿਨ ਉਹ ਸਟੇਟਮੈਂਟ ਕੀ ਦਿੰਦੇ ਆ ਕਿ ਜਿਹੜੀ ਇਨਲੀਗਲ ਮਾਈਨਿੰਗ ਕਰੇਗਾ ਅਸੀਂ ਉਹਦੀ ਪਿੱਠ ਥਪਥਪਾਵਾਂਗੇ। ਇਹ ਮੰਤਰੀ ਜੀ ਦਾ ਕਹਿਣਾ ਸੀ। ਤਾਂ ਹੁਣ ਸੋਚ ਲਓ ਕਿ ਮੰਤਰੀ ਜਿਹੜੀ ਇਹ ਮਾਈਨਿੰਗ ਹੋ ਰਹੀ ਹੈ, ਜਿਹੜੀ ਜ਼ਬਰਦਸਤ ਹੋ ਰਹੀ ਹੈ, ਰੇਨਿੰਗ ਸੀਜ਼ਨ 'ਚ ਵੀ ਮਾਈਨਿੰਗ ਹੋ ਰਹੀ ਹੈ, ਇਹਦੇ 'ਚ ਕਿਹਦਾ ਹੱਥ ਹੈਗਾ? ਪਿੱਛੇ ਸਰਕਾਰ ਬੈਠੀ ਹੈ, ਮੰਤਰੀ ਸਾਹਿਬ ਬੈਠੇ ਹੈ। तो इस करके ਅਸੀਂ ਸਾਡਾ ਅੱਜ ਦਾ ਸਿਰਫ ਛੋਟਾ ਜਿਹਾ ਹੀ ਗੱਲ ਸੀ, ਕਿਉਂਕਿ ਪਿਛਲੇ 5 ਸਾਲ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ, ਕੋਈ ਸੜਕ ਨਹੀਂ ਬਣੀ। ਹੁਣ ਵੀ ਜਿਹੜਾ ਹੈ ਕੋਈ ਇਸ ਪਾਸੇ ਧਿਆਨ ਨਹੀਂ ਹੈ, ਸੜਕਾਂ ਟੁੱਟ ਰਹੀਆਂ ਜ਼ਬਰਦਸਤ, ਜਿਹੜੇ ਆ ਇੱਥੇ ਮਤਲਬ ਟੋਏ ਪੈ ਗਏ ਆ। तो ਮੈਨੂੰ ਤੇ ਲੱਗਦਾ ਸੀ ਕਿ ਜੋ ਹਾਲਾਤਾਂ ਦੇ ਮੁਤਾबिक मैं अगर पब्लिक साढ़े हल्के की जागती है, बेचारे कुछ नहीं सामने आते हैं, तो जेकर पब्लिक जागे तो सानू जी राजनीतिक पार्टियां सानू फिर नहीं मतलब करना चाहिए, असीं उन्हां दा साथ दईए। लेकिन किते ना किते लगता है कि जी पब्लिक है बेचारी वो किते ना किते हो जाती है साइड, लेकिन पता उन्होंने भी होंदा है कि साडे हल्के दा, साडी सड़कां दा जां साडे बहुत ज़्यादा जिहड़े नुकसान हो रहे हैं, लेकिन वो बेचारी नहीं अगे आ सकती। सो इस करके साडी जिहड़ी असीं राजनीतिक पार्टियां हैगियां जां जो भी हैगा, असीं पब्लिक दा हक बसते हैं, तो सानू जिहड़ा सड़कां 'च उतरना पैंदा है। तो असीं एक सिर्फ प्रशासन नूं जगाउण दा काम कर रहे हैं और सरकार नूं जगाउण दा काम कर रहे हैं। इदां ही तुसीं लै लो, घरोटे तुसीं चले जाओ, अज 2 महीने हो गए आ, उत्थे पुल टुੱਟਿਆ पिया। मैं मेरे को फोटो पई मैं भी तुहानूं दे दिंदी हां, शायद तुसीं उस वेले तुसीं उत्थे तक पहुंचे जां नहीं पहुंचे, तुसीं देख सकते हो। मंत्री साहब दे ध्यान विच भी हो सकदा है गल, 2-2.5 महीने हो गए। मैं वही गल कह रही कि मंत्री नूं मिनिस्टर ने अपने हल्के दे उत्थे कुछ अपने हल्के दा वधिया काम कर सकदे ने। अगर जिहड़ी ज़्यादा समस्या किसी नूं आ रही है, कम से कम उहदा तां हल करन। 15 पिंड जिहड़े उत्थे टुੱਟੇ पे है अज, वो मतलब बहुत बुरा हाल है। घरोटे ब्लॉक है, उत्थे आउण च मुश्किल हो रही है लोगों नूं ना। जाके उन्हां दे तुसीं साडे पत्रकार भराओ, तुसीं लोकां दी आवाज़ बन के जिहड़ा है वो मतलब प्रशासन तक पहुँचाते हो, मैं बड़ा धन्नवाद करदी हां। लेकिन उन्हां दी बेचारियां दी आवाज़ पहचानो, उत्थे जाके पहुँचाओ आवाज़ उन्हां दी प्रशासन तक। अज बहुत बुरे हालात है उधर घरोटे वाले पासे होए हैं। हुण वरुण जी ने एक गल की है कि पिछले कुछ इलैक्शन तो पहले, जस्ट थोड़े दिन पहले एक एक्सीडेंट होया सी तारागढ़ विच, मैं भी उस जगह ते थी, और उत्थे मंत्री साहब ने अपनी अखी वो जिहड़ी डैड बॉडी देखी सी, बिखरी पई सी वो बेचारी औरत, साडे कोल देखिया नहीं जा रहा सी बीइंग ए और। लेकिन बड़ी देर तो बाद जिहड़ा प्रशासन उसे आया सी, फिर आपां उन्हां दे अगे बेनती कीती सी, SHO साहब अगे मैडम हुंदे सी, उन्होंने कहा कि जो भी फैसला करना तुसीं जल्दी करो, जो भी आश्वासन दवाना पब्लिक नूं जल्दी दवाओ, और इस डैड बॉडी नूं आपां चुकाईए, क्योंकि बारिश पै रही सी उस वेले दड़ादड़, सारी वो बॉडी जिहड़ी उहदे चितड़े हो गए सी, वो बिखरी पई सी। तो उस वेले मंत्री साहब जिहड़े श्रीमान लाल चंद जी जिहड़े है उस धरने ते बैठे हुए सी। क्या अज उन्होंने वो भी ट्रक्कां ने ही कुचली सी औरत, क्या अज मंत्री साहब नूं लभ नहीं रहा है इस गल ते? ਜਾਂ ਤਾਂ ਭਾਈ ਕਿਸੇ ਨੂੰ ਪਤਾ ਨਾ ਹੋਏ ਤਾਂ ਗੱਲ ਵੀ ਹੈ, ਗੱਲ ਤਾਂ ਉਹੀ ਹੈ ਭਾਜੀ, ਬੜਬੋਲੇ ਨੂੰ ਜਗਾਇਆ ਜਾ ਸਕਦਾ, ਘੇਸਲੇ ਨੂੰ ਕੌਣ ਜਗਾਏ। ਇਸ ਕਰਕੇ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਇਹ ਜਿਹੜੀ ਨਜਾਇਜ਼ ਮਾਈਨਿੰਗ ਜਿਹੜੀ ਉਹ ਬੰਦ ਕੀਤੀ ਜਾਏ, ਲੋਕਾਂ ਨੂੰ ਰਾਹਤ ਦਿੱਤੀ ਜਾਏ। ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਆਮ ਬੰਦਿਆਂ ਦੀ ਸਰਕਾਰ ਬਣੀ ਸੀ, ਕਹਿ ਕੇ ਤੇ ਇਹ ਆਏ ਸੀ ਉਹ, ਲੇਕਿਨ ਅੱਜ ਆਮ ਬੰਦੇ ਦੀ ਸਰਕਾਰ ਕਿੱਥੇ ਰਹਿ ਗਈ ਹੈ? ਆਮ ਬੰਦਿਆਂ ਦੀ ਪਾਰਟੀ ਦੀ ਸਰਕਾਰ ਜਿਹੜੀ ਉਹ ਖਾਸ ਹੋ ਗਈ ਅੱਜ ਕੱਲ੍ਹ, ਆਮ ਬੰਦੇ ਵਿਚਾਰੇ ਉੱਥੇ ਰਹਿ ਗਏ ਨੇ। ਸੋ ਇਸੇ ਤਰ੍ਹਾਂ ਲੋਕਾਂ ਨਾਲ ਇਲੈਕਸ਼ਨ ਤੋਂ ਪਹਿਲੇ वादे किते, उन्होंने कहा सी कि जिदा तुसी क्वेश्चन पूछे है कि सानू सरकार कह रही कि सानू बने हुए थोड़े चिर होए, भाई असीं तां नहीं कहा सी कि तुहाडी सरकार बनेगी, पहली कैबिनेट विच तुसी जिहड़े फैसले लो ते माइनिंग दी भी ऑप्शन करो, तुसी दी भी पॉलिसी बनाओ। ये असीं तां नहीं कहा सी, ये उन्हां दे शब्द सी। असीं ते उन्हां दे शब्दां नूं उडीकदिआं होइआं, उन्हां ਦੀਆਂ ਗੱਲਾਂ ਦੀ ਵੇਟ ਕਰਦੇ ਹੋਏ ਆ ਅੱਜ 6 ਮਹੀਨੇ ਹੋਣ ਚੱਲੇ ਆ, ਅਸੀਂ ਫਿਰ ਇਸ ਕਰਕੇ ਇਹ ਜਿਹੜਾ ਹੈ ਸਾਨੂੰ ਸੜਕਾਂ ਤੇ ਉਤਰਨੇ ਪਿਆ ਆ, ਤਾਂ ਉਹਨਾਂ ਨੂੰ ਜਾਗਣਾ ਚਾਹੀਦਾ। ਹਾਂਜੀ मैं ਭਾਜੀ, ਹਾਂਜੀ सर, ਭਾਜੀ ਕੀ ਨਾਮ ਕੀ ਤੁਹਾਡਾ? मेरा नाम रोमी सैनी, मेरा पिंड शरीफ चक है, मैं ब्लॉक समती नरोट जैमल सिंह मौजूदा समती मैंबर। मैं
ਅੱਜ ਇਹ ਜੋ ਧਰਨਾ ਲੱਗਾ ਹੈ, ਇਹ ਧਰਨਾ ਦਿੱਤਾ ਇਹ ਮਾਈਨਿੰਗ ਦੇ ਖਿਲਾਫ ਦਿੱਤਾ। ਇਨਲੀਗਲ ਮਾਈਨਿੰਗ ਹੋ ਰਹੀ ਹੈ ਤੇ ਮੇਰਾ ਕਹਿਣ ਦਾ ਵਿਚਾਰ ਇਹ ਹੈ ਵੀ ਜੋ ਇੱਕ ਰੈਸ਼ਰ ਇੰਡਸਟਰੀ ਚੱਲ ਰਹੀ ਹੈ, ਇਹਨਾਂ ਨਾਲ ਪੈਸਾ ਲਾਇਆ, ਖੈਰ ਬੰਦ ਤੇ ਨਹੀਂ ਹੋਣਾ, ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਹ ਬਹੁਤ ਲੋਕ ਇੱਥੋਂ ਰੋਟੀ ਖਾ ਰਹੇ ਨੇ, ਪਰ ਰੋਟੀ ਖਾਣ ਦਾ ਮਤਲਬ ਇਹ ਨਹੀਂ, ਇਹ ਕਰੈਸ਼ਰਾਂ ਨੇ ਇਨਲੀਗਲ 50-50 ਫੁੱਟ ਹਿਲੇ ਮਾਈਨਿੰਗ ਹੋ ਗਈ ਹੈ। ਸਰਕਾਰ ਵੀ ਜ਼ੋਰ ਆ ਰਹੀ ਹੈ ਇਹ ਇਨਲੀਗਲ ਬੰਦ ਕੀਤਾ ਜਾਏ, ਪਰ ਆਸਤਾ ਆਸਤਾ ਹੀ ਹੈ। ਦੂਸਰੀ ਗੱਲ, ਜਿਹੜੇ ਟਰੱਕਿੰਗ ਹੈ ਜਾਂ ਇਹ ਵੱਡੇ ਟਰਾਲੇ ਆਉਂਦੇ ਨੇ, ਇਹ ਓਵਰਲੋਡ ਬੰਦ ਕੀਤਾ ਜਾਏ, ਕਿਉਂਕਿ ਸੜਕਾਂ ਲੋਕਲ ਨਾਲ ਓਵਰਲੋਡ ਇੰਨਾ ਕੁ ਹੁੰਦਾ, ਮਹੀਨੇ ਬਾਅਦ ਸੜਕ ਟੁੱਟ ਜਾਂਦੀ ਹੈ ਜੀ। ਇੰਨੇ ਕੁ ਦੁਖੀ ਹਾਂ ਅਸੀਂ, ਜੇ ਕੋਈ ਰਾਤ ਨੂੰ ਬਿਮਾਰ ਹੋ ਜਾਂਦਾ 100 ਟਰੱਕ ਦੀ ਲਾਈਨ ਹੁੰਦੀ ਹੈ, ਕਿੱਥੇ ਜਾ ਸਕਦੇ ਅਸੀਂ। ਤੇ ਦੂਸਰੀ ਗੱਲ, ਇਹਨਾਂ ਲੋਕਲ ਰਸਤੇ ਅਪਣਾ ਲਏ ਨਾ ਹੁਣ ਟੋਲ ਬਚਾਉਣ ਵਾਸਤੇ, ਇਹਨਾਂ ਲੋਕਲ ਰਸਤੇ ਬਾਸ ਹੋੜੇ ਨੂੰ ਵਿੱਚੋਂ ਦੀਆਂ ਹੁੰਦੀਆਂ ਟਿੱਪਰਾਂ ਵੀ ਤੇ ਟਰਾਲੀਆਂ ਵੀ। ਤੇ ਪ੍ਰਸ਼ਾਸਨ ਕੋਲ ਆਪਣੇ ਇਹੀ ਮੰਗ ਕਰਨੇ ਆ ਪੰਜਾਬ ਸਰਕਾਰ ਕੋਲੋਂ ਵੀ ਇਹਨਾਂ ਨੂੰ ਜਿਹੜੀ ਟਰੱਕਿੰਗ ਹੈ ਓਵਰਲੋਡ ਘੱਟ ਕੀਤੀ ਜਾਏ, ਤੇ ਦੂਸਰਾ ਲੋਕਲ ਰਸਤੇ 'ਚ ਨਹੀਂ ਜਾਇਆ ਜਾਏ, ਕਿਉਂਕਿ ਇੱਥੇ ਐਕਸੀਡੈਂਟ ਦਾ ਖਤਰਾ। ਮਸਾਂ ਰੋਡ ਬਣੇ ਨਾ ਪਿੰਡਾਂ ਦੇ, ਤੇ ਫਿਰ ਤੋੜ ਦੇਣਗੇ, ਫਾਇਦਾ ਕੋਈ ਨਹੀਂ। ਇਹ ਬਾਇਆ ਕਾਨਮਾ ਜਾਂ ਟੋਲ ਆਪਣਾ ਘਟਾ ਕੇ ਜਾਂ ਟੋਲ ਬਚਾਉਣ ਦੀ ਖਾਤਰ ਇਹ ਲੋਕਲ ਸੜਕਾਂ ਤੋੜ ਰਹੇ ਨੇ। ਤੇ ਦੂਸਰੀ ਗੱਲ, ਸਾਡਾ ਇਲਾਕਾ ਬੰਜਰ ਦੀ ਕਗਾਰ ਤੇ ਪਹੁੰਚ ਗਿਆ। ਜੇ ਇਸ ਤਰ੍ਹਾਂ ਮਾਈਨਿੰਗ ਹੁੰਦੀ ਰਹੀ, ਇਸ ਇਲਾਕੇ 'ਚ ਬਾਗ ਜਿੰਨੇ ਵੀ ਲਾਏ ਦੇ ਲੋਕਾਂ, ਇਹ ਗਏ ਹੀ ਗਏ, ਅੱਜ ਵੀ ਗਏ ਤੇ ਕੱਲ੍ਹ ਵੀ ਗਏ। ਇਸ ਸਾਲ ਇੰਨੀ ਫਸਲ ਘੱਟ ਹੋਈ ਹੈ ਜੀ, ਸਿਰਫ ਪਾਣੀ ਕਰਕੇ ਓੜ ਕਾਰਨ ਬਹੁਤ ਨੁਕਸਾਨ ਝੱਲਣਾ ਪਿਆ। ਇੱਕ ਬਾਗ ਵਾਲਿਆਂ ਨੂੰ ਕਮ ਸੇ ਕਮ 10-10 ਲੱਖ ਦਾ ਘਾਟਾ ਪਿਆ। ਤੇ ਦੂਸਰੇ ਪਾਸੇ ਗੌਰਮੈਂਟ ਕਹਿੰਦੀ ਹੈ ਵੀ ਤੁਸੀਂ ਕਣਕ ਝੋਨੇ ਦੇ ਫਸਲੀ ਚੱਕਰ 'ਚ ਬਾਹਰ ਆਓ ਤੇ ਦੂਸਰੀਆਂ ਖੇਤੀਆਂ ਕਰੋ, ਜਿਸ ਤਰ੍ਹਾਂ ਦਾਲਾਂ ਦੀ ਕਰੋ, ਬਾਗ ਲਗਾਓ। ਤੇ ਬਾਗ ਲੱਗਣਗੇ ਤਾਂ ਹੀ ਜੇ ਨਮੀ ਹੋਏਗੀ ਜ਼ਮੀਨ 'ਚ। ਨਮੀ ਤਾਂ ਹੈ ਹੀ ਨਹੀਂ ਜ਼ਮੀਨ 'ਚ, ਉਹ ਤਾਂ ਨਮੀ ਦੀ ਚੱਲ ਗਈ ਸਾਰੀ। ਮਾਈਨਿੰਗ ਡਿਪਾਰਟਮੈਂਟ ਜਿੰਨਾ ਵੀ ਮਾਈਨਿੰਗ ਕੀਤੀ ਆ ਉਹ ਇਨਲੀਗਲ ਕੀਤੀ ਹੈ, ਲੀਗਲ ਕੋਈ ਵੀ ਨਹੀਂ ਕੀਤੀ। ਹਾਂ, ਇਹ ਪੰਜਾਬ ਸਰਕਾਰ ਦਾ ਹੀ ਸ਼ੁਕਰੀਆ ਕਰਾਂਗੇ ਵੀ ਥੋੜ੍ਹਾ ਜਿਹਾ ਉਹਨਾਂ ਠੱਲ ਪਾਈ ਹੈ, ਤੇ ਇਸ ਤਰ੍ਹਾਂ ਪੈਂਦੀ ਰਹੇਗੀ ਜਾਂ ਕੁਝ ਟਾਈਮ ਲਈ ਕ੍ਰੈਸ਼ਰ ਬੰਦ ਕਰਦੇ ਜਾਣ। ਕੈਬਨਿਟ ਮੰਤਰੀ ਕਹਿੰਦੇ ਆ ਵੀ ਅਸੀਂ ਜਿਹੜੀ ਆ ਪੂਰਨ ਰੂਪ ਦੇ ਵਿੱਚ ਠੱਲ ਪਾਤੀ ਹੈ। ਨਹੀਂ, ਕੈਬਨਿਟ ਮੰਤਰੀ ਕਹਿੰਦੇ ਤੇ ਹੈ ਵੀ ਪਾਤੀ ਹੈ, ਪਰ ਨਹੀਂ, ਥੋੜ੍ਹੀ ਪਈ ਹੈ, ਹਲੇ ਫੁੱਲ ਨਹੀਂ ਪਈ। ਉਹਨਾਂ ਨੇ ਇਹ ਬਿਲਕੁਲ ਠੀਕ ਹੈ, ਉਹਨਾਂ ਕੀਤਾ, ਜ਼ੋਰ ਲਾਇਆ, 4-5 ਕ੍ਰੈਸ਼ਰਾਂ ਦੇ ਚਲਾਨ ਵੀ ਕੱਟੇ ਨੇ, ਉਹ ਕਰ ਰਹੇ ਨੇ, ਪਰ ਹਲੇ ਹੋਏ ਨਹੀਂ ਰਿਹਾ ਪੂਰਾ। ਰਾਤ ਕਰਦੇ ਮਾਈਨਿੰਗ, ਤੇ ਕਿਹਾ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਜਾਏ। ਔਰ ਇਹਨੇ ਤੇ ਅਸੀਂ ਤੁਹਾਡੇ ਮਾਧਿਅਮ ਰਸਤੇ ਸਾਰੇ ਤੁਹਾਡੇ ਆਪਣੇ ਪ੍ਰੈਸ ਦਾ ਮੈਂ ਸ਼ੁਕਰੀਆ ਅਦਾ ਕਰਨਾ ਵੀ ਇਹ ਜਿਹੜਾ ਇਹ ਮਾਧਿਅਮ ਰਸਤੇ ਉੱਪਰ ਪ੍ਰਸ਼ਾਸਨ ਨੂੰ ਭਜਾਇਆ ਜਾਏ। ਮੈਂ ਇਸ ਗੱਲ ਤੇ ਤੁਹਾਡਾ ਬਹੁਤ ਸ਼ੁਕਰੀਆ ਕਰਨਾ।